ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੀਤ ਸਟੱਡੀ ਹੱਬ ਦੇ ਵਿੱਚ। ਅੱਜ ਆਪਣਾ ਟੌਪਿਕ ਹੈ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ। ਸੋ ਪ੍ਰੀਐਂਬਲ ਜਿਹੜੀ ਹੈ ਭਾਰਤੀ ਸੰਵਿਧਾਨ ਦੇ ਵਿੱਚ ਕੀ ਭੂਮਿਕਾ ਰੱਖਦੀ ਹੈ, ਇਸ ਦੀਆਂ ਵਿਸ਼ੇਸ਼ਤਾਵਾਂ ਕੀ ਨੇ, ਕਿਹੜੀਆਂ-ਕਿਹੜੀਆਂ ਚੀਜ਼ਾਂ ਇਹਦੇ ਵਿੱਚ ਇਨਕਲੂਡ ਕੀਤੀਆਂ ਗਈਆਂ ਨੇ। ਸੋ ਇਹ ਵੀਡੀਓ ਬਹੁਤ ਹੀ ਜ਼ਿਆਦਾ ਫਰੂਟਫੁਲ ਬੈਨੀਫੀਸ਼ੀਅਲ ਹੈ ਜਿਹੜੇ ਵੀ ਵਿਦਿਆਰਥੀਆਂ ਨੇ ਬੀਏ ਦੇ ਵਿੱਚ ਪੋਲੀਟੀਕਲ ਸਾਇੰਸ ਆਪਟ ਕੀਤੀ ਹੋਈ ਹੈ ਅਤੇ ਨਾਲ ਹੀ ਕੋਈ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਪਬਲਿਕ ਐਡਮਿਨਿਸਟ੍ਰੇਸ਼ਨ ਦੇ ਕਾਫੀ ਸਾਰੇ ਟੌਪਿਕਸ ਦੇ ਵਿੱਚ ਵੀ ਇਹ ਟੌਪਿਕ ਜਿਹੜਾ ਹੈ ਇਨਕਲੂਡਡ ਹੈ। ਸੋ ਸਟਾਰਟ ਕਰਦੇ ਹਾਂ। ਫਟਾਫਟ ਪਹਿਲਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਨਾਲ ਹੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਦਿਓ। ਤਾਂ ਪਲੈਟੋ ਦੇ ਵਿਚਾਰਾਂ ਦੇ ਅਨੁਸਾਰ ਰਾਜ ਦੇ ਕਾਨੂੰਨਾਂ ਦਾ ਜਿਹੜਾ ਆਰੰਭ ਹੈ ਪ੍ਰਸਤਾਵਨਾ ਤੋਂ ਹੋਣਾ ਚਾਹੀਦਾ ਹੈ ਅਤੇ ਜਿਸ ਵਿੱਚ ਉਹਨਾਂ ਸਿਧਾਂਤਾਂ ਦਾ ਉਲੇਖ ਵੀ ਹੋਣਾ ਚਾਹੀਦਾ ਜਿਸ ਤੇ ਇਹ ਆਧਾਰਿਤ ਨੇ। ਤਾਂ ਹਰੇਕ ਕੋਈ ਵੀ ਬੁੱਕ ਹੈ ਉਸਦੀ ਸਟਾਰਟਿੰਗ ਪ੍ਰਸਤਾਵਨਾ ਦੇ ਨਾਲ ਹੁੰਦੀ ਹੈ। ਤਾਂ ਪ੍ਰਸਤਾਵਨਾ ਦੇ ਵਿੱਚ ਕੀ ਹੁੰਦਾ ਹੈ, ਉਸ ਬੁੱਕ ਦੀਆਂ ਵਿਸ਼ੇਸ਼ਤਾਵਾਂ ਅਤੇ ਉਦੇਸ਼। ਤਾਂ ਆਪਣੇ ਭਾਰਤ ਦੇ ਸੰਵਿਧਾਨ ਦੇ ਅੰਦਰ ਵੀ ਜਿਹੜੀ ਹੈਗੀ ਆ ਇੱਕ ਪ੍ਰਸਤਾਵਨਾ ਲਿਖੀ ਹੋਈ ਹੈ ਜਿਸ ਨੂੰ ਪੜ੍ਹ ਕੇ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਸੰਵਿਧਾਨ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਪਾਈਆਂ ਜਾਂਦੀਆਂ ਨੇ। ਸੰਵਿਧਾਨ ਦੀ ਪ੍ਰਸਤਾਵਨਾ ਇੱਕ ਮਹੱਤਵਪੂਰਨ ਕਿਸਮ ਦੀ ਹੈ ਜਿਸ ਵਿੱਚ ਸੰਵਿਧਾਨ ਦੇ ਉਦੇਸ਼, ਬੁਨਿਆਦੀ ਸਿਧਾਂਤ ਦਾ ਵਰਣਨ ਜਿਹੜਾ ਹੈ ਕੀਤਾ ਗਿਆ। ਆਧੁਨਿਕ ਕਾਲ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਸੰਵਿਧਾਨ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਸੀ ਪ੍ਰਸਤਾਵਨਾ ਅੰਕਿਤ ਕੀਤੀ। ਕਿਸਨੇ? ਸੰਯੁਕਤ ਰਾਜ ਅਮਰੀਕਾ ਨੇ, USA ਨੇ ਸਭ ਤੋਂ ਪਹਿਲਾਂ ਇਹਨਾਂ ਨੇ ਪ੍ਰੀਐਂਬਲ ਜਿਹੜੀ ਸੀ ਆਪਣੇ ਸੰਵਿਧਾਨ 'ਚ ਪਾਈ। ਤਾਂ ਉਹਨਾਂ ਦੀ ਦੇਖਾ ਦੇਖੀ ਹੋਰ ਦੇਸ਼ਾਂ ਨੇ ਵੀ ਜਿਹੜਾ ਸੀਗਾ ਪ੍ਰੀਐਂਬਲ ਨੂੰ ਆਪਣੇ ਸੰਵਿਧਾਨ ਦੇ ਵਿੱਚ ਇਨਕਲੂਡ ਕੀਤਾ ਤੇ ਅਸੀਂ ਵੀ ਜਿਹੜਾ ਹੈ ਇਹ ਚੀਜ਼ ਨੂੰ ਇਨਕਲੂਡ ਕੀਤਾ। ਭਾਰਤੀ ਸੰਵਿਧਾਨ ਨਿਰਮਾਤਾ ਜਿਹੜੇ ਸੀਗੇ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਬਣਾਇਆ, ਠੀਕ ਹੈ, ਸੋ ਉਹਨਾਂ ਨੇ ਜਿਹੜਾ ਹੈ ਅਮਰੀਕਾ ਦੇ ਸੰਵਿਧਾਨ ਤੋਂ ਪ੍ਰਸਤਾਵਨਾ ਦੀ ਪ੍ਰੇਰਨਾ ਲਈ ਅਤੇ ਭਾਰਤੀ ਸੰਵਿਧਾਨ ਦੇ ਵਿੱਚ ਵੀ ਪ੍ਰਸਤਾਵਨਾ ਜਿਹੜੀ ਹੈ ਲੋਕਾਂ ਦੇ ਨਾਂ 'ਤੇ ਅੰਗੀਕ੍ਰਿਤ ਕੀਤੀ ਗਈ। ਵੀ ਆਰ ਦਾ ਪੀਪਲ ਆਫ ਇੰਡੀਆ, ਇੱਥੋਂ ਸਟਾਰਟ ਹੈ ਇਹ। ਸੋ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਕਾਨੂੰਨੀ ਦ੍ਰਿਸ਼ਟੀ ਤੋਂ ਸੰਵਿਧਾਨ ਦਾ ਅੰਗ ਤਾਂ ਨਹੀਂ ਹੈਗੀ ਅਤੇ ਅਦਾਲਤਾਂ ਦੁਆਰਾ ਲਾਗੂ ਨਹੀਂ ਕੀਤੀ ਜਾ ਸਕਦੀ, ਪਰੰਤੂ ਜਦੋਂ ਸੰਵਿਧਾਨ ਦਾ ਕੋਈ ਅੰਸ਼ ਜਾਂ ਅਨੁਛੇਦ ਅਸਪਸ਼ਟ ਹੋਵੇ ਤਾਂ ਅਦਾਲਤਾਂ ਸੰਵਿਧਾਨ ਦੀ ਵਿਆਖਿਆ ਕਰਦੇ ਹੋਏ ਪ੍ਰਸਤਾਵਨਾ ਦੀ ਮਦਦ ਲੈ ਸਕਦੀਆਂ ਨੇ। ਪ੍ਰਸਤਾਵਨਾ ਦੁਆਰਾ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੇ ਸੰਵਿਧਾਨ ਨਿਰਮਾਤਾ ਸੀ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਤਾਂ ਉਹਨਾਂ ਦੀਆਂ ਭਾਵਨਾਵਾਂ ਸੰਵਿਧਾਨ ਦੇ ਪਿੱਛੇ ਕਿਹੜੀਆਂ ਸੀ, ਉਹ ਕੀ ਕਰਨਾ ਚਾਹੁੰਦੇ ਸੀ, ਕੀ ਲਿਖਣਾ ਚਾਹੁੰਦੇ ਸੀ, ਉਹਨਾਂ ਦੇ ਉਦੇਸ਼ ਕੀ ਸੀ, ਭਾਵਨਾਵਾਂ ਇੱਛਾਵਾਂ ਕੀ ਸੀ ਅਤੇ ਉਹ ਕਿਹੋ ਜਿਹੇ ਸਮਾਜਿਕ ਰਾਜਨੀਤਿਕ ਵਿਵਸਥਾ ਵਾਲੇ ਭਾਰਤ ਦਾ ਨਿਰਮਾਣ ਕਰਨਾ ਚਾਹੁੰਦੇ ਸੀ। ਸੋ ਪ੍ਰੀਐਂਬਲ ਦੇਖ ਕੇ ਹੀ ਸਾਨੂੰ ਆਈਡੀਆ ਹੋ ਜਾਂਦਾ ਹੈ ਕਿ ਸਾਡੇ ਸੰਵਿਧਾਨ ਦੇ ਅੰਦਰ ਕੀ ਹੈ ਔਰ ਜਿਹੜੇ ਸੰਵਿਧਾਨ ਦੇ ਨਿਰਮਾਤਾ ਨੇ ਉਹ ਕੀ ਕਹਿਣਾ ਸਾਨੂੰ ਚਾਹੁੰਦੇ ਸੀ ਤੇ ਕੀ ਕਰਨਾ ਚਾਹੁੰਦੇ ਸੀ। ਹੁਣ ਗੱਲ ਕਰੀਏ ਕਿ ਇੰਪੋਰਟੈਂਸ ਕੀ ਹੈਗੀ ਹੈ ਪ੍ਰਸਤਾਵਨਾ ਦੀ। ਪ੍ਰਸਤਾਵਨਾ ਨੂੰ ਸੰਵਿਧਾਨ ਦੀ ਕੁੰਜੀ ਯਾਨੀ ਕਿ ਕੀ ਕਿਹਾ ਜਾਂਦਾ ਹੈ। ਸੋ ਇਹ ਸਭ ਤੋਂ ਕੀਮਤੀ ਅੰਗ ਹੈਗਾ ਸੰਵਿਧਾਨ ਦਾ। ਠਾਕਰ ਦਾਸ ਭਾਰਗਵ ਦੇ ਵਿਚਾਰਾਂ ਦੇ ਅਨੁਸਾਰ ਇਹ ਸੰਵਿਧਾਨ ਦਾ ਨਿਰਮਾਣ ਕਰਨ ਵਾਲਿਆਂ ਦੇ ਮਨਾਂ ਨੂੰ ਜਾਣਨ ਦਾ ਸਾਧਨ ਹੈ। ਸਾਨੂੰ ਪਤਾ ਲੱਗਦਾ ਇਸ ਨੂੰ ਪੜ੍ਹ ਕੇ ਕਿ ਸੰਵਿਧਾਨ ਜਿਨ੍ਹਾਂ ਨੇ ਬਣਾਇਆ ਉਹਨਾਂ ਦੇ ਦਿਲ ਦੇ ਵਿੱਚ ਤੇ ਦਿਮਾਗ ਦੇ ਵਿੱਚ ਕੀ ਸੀ। ਇਹ ਸੰਵਿਧਾਨ ਵਿੱਚ ਜੜਿਆ ਹੋਇਆ ਇੱਕ ਜੈਮ ਹੈ ਯਾਨੀ ਕਿ ਰਤਨ ਹੈ। ਇਹ ਉੱਤਮ ਵਾਰਤਕ ਕਵਿਤਾ ਹੈ ਅਤੇ ਆਪਣੇ ਆਪ ਵਿੱਚ ਬਾਕਮਾਲ ਹੈ। ਡਾਕਟਰ ਅੰਬੇਦਕਰ ਦੇ ਸ਼ਬਦਾਂ ਦੇ ਵਿੱਚ ਪ੍ਰਸਤਾਵਨਾ ਵਿੱਚ ਸਦਨ ਦੇ ਹਰੇਕ ਮੈਂਬਰ ਦੀ ਇੱਛਾ ਛੁਪੀ ਹੋਈ ਹੈ। ਸੰਵਿਧਾਨ ਦਾ ਆਧਾਰ ਇਸ ਦੀ ਸ਼ਕਤੀ, ਇਸ ਦੀ ਪ੍ਰਭੂਸੱਤਾ ਲੋਕਾਂ ਤੋਂ ਪ੍ਰਾਪਤ ਹੋਣੀ ਚਾਹੀਦੀ ਹੈ। ਤਾਂ ਭਾਰਤ ਮੁਕਤ ਚੀਫ ਜਸਟਿਸ ਸੁਭਾ ਰਾਓ ਦੇ ਵਿਚਾਰ ਅਨੁਸਾਰ ਜਿਸ ਉਦੇਸ਼ ਦੀ ਪ੍ਰਾਪਤੀ ਲਈ ਸੰਵਿਧਾਨ ਤੋਂ ਆਸ ਕੀਤੀ ਗਈ ਸੀ ਉਹ ਸਪਸ਼ਟ ਰੂਪ ਵਿੱਚ ਇਸ ਦੀ ਪ੍ਰਸਤਾਵਨਾ ਵਿੱਚ ਦਿੱਤਾ ਗਿਆ ਹੈ ਅਤੇ ਪ੍ਰਸਤਾਵਨਾ ਵਿੱਚ ਦੇਸ਼ ਦੇ ਆਦਰਸ਼ ਅਤੇ ਆਸ਼ਾਵਾਂ ਵੀ ਮੌਜੂਦ ਨੇ। ਤਾਂ ਦੇਸ਼ ਦਾ ਜੋ ਵੀ ਆਦਰਸ਼ ਰਹੇਗਾ, ਕਲਿਆਣਕਾਰੀ ਸਮਾਜ ਹੈ, ਠੀਕ ਹੈ, ਅਤੇ ਇਹ ਕਿੱਦਾਂ ਦਾ ਹੋਏਗਾ, ਸੋ ਇਹ ਸਾਰਾ ਕੁਝ ਪ੍ਰੀਐਂਬਲ ਯਾਨੀ ਕਿ ਪ੍ਰਸਤਾਵਨਾ ਦੇ ਵਿੱਚ ਹੈ। ਹੁਣ ਪ੍ਰਸਤਾਵਨਾ ਤੁਸੀਂ ਇਹ ਲਿਖ ਕੇ ਵੀ ਆਉਣੀ ਹੈਗੀ, ਇੰਗਲਿਸ਼ ਦੇ ਵਿੱਚ ਵੀ ਲਿਖ ਸਕਦੇ ਹੋ, ਪੰਜਾਬੀ ਦੇ ਵਿੱਚ ਵੀ ਲਿਖ ਸਕਦੇ ਹੋ, ਠੀਕ ਹੈ। ਤਾਂ ਪ੍ਰਸਤਾਵਨਾ ਜਿਹੜੀ ਹੈ ਭਾਰਤੀ ਸੰਵਿਧਾਨ ਦਾ ਆਰੰਭ ਇਸ ਦੀ ਪ੍ਰਸਤਾਵਨਾ ਨਾਲ ਹੁੰਦਾ ਹੈ ਜੋ ਕਿ ਇਸ ਪ੍ਰਕਾਰ ਹੈ। ਤਾਂ ਕਿੱਥੋਂ ਸਟਾਰਟ ਹੁੰਦੀ ਹੈ? ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਪੂਰਨ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਬਣਾਉਣ ਦਾ ਪਵਿੱਤਰ ਵਚਨ ਕਰਦੇ ਹਾਂ। ਵਚਨ ਯਾਨੀ ਕਿ ਪ੍ਰੋਮਿਸ ਕਰਦੇ ਹਾਂ ਅਤੇ ਇਸ ਦੇ ਸਾਰੇ ਨਾਗਰਿਕਾਂ ਲਈ ਸਮਾਜਿਕ, ਆਰਥਿਕ, ਰਾਜਨੀਤਿਕ ਨਿਆਂ, ਸੋਚਣ, ਵਿਚਾਰ ਪ੍ਰਗਟਾਉਣ, ਵਿਸ਼ਵਾਸ, ਧਰਮ ਅਤੇ ਪੂਜਾ ਦੀ ਸੁਤੰਤਰਤਾ ਜਿਹੜੀ ਹੈਗੀ ਹੈ, ਪਦਵੀ ਅਤੇ ਅਵਸਰ ਦੀ ਸਮਾਨਤਾ,
ਪ੍ਰਾਪਤ ਕਰਨ ਲਈ ਉਹਨਾਂ ਸਭ ਵਿੱਚ ਭਾਈਚਾਰਾ ਵਧਾਉਣ, ਵਿਅਕਤੀ ਦਾ ਗੌਰਵ ਅਤੇ ਰਾਸ਼ਟਰੀ ਏਕਤਾ ਅਖੰਡਤਾ ਨੂੰ ਬਣਾਉਣ ਦੇ ਲਈ ਅਸੀਂ ਇਸ ਸੰਵਿਧਾਨ ਸਭਾ ਦੇ ਵਿੱਚ 26 ਨਵੰਬਰ 1949 ਦੇ ਦਿਨ ਇਸ ਸੰਵਿਧਾਨ ਨੂੰ ਸਵੀਕਾਰ, ਅਧਿਨਿਯਮਤ ਅਤੇ ਆਤਮ ਅਰਪਣ ਕਰਦੇ ਹਾਂ। ਠੀਕ ਹੈ, ਸੋ ਇੱਦਾਂ ਜਿਹੜਾ ਹੈ ਇਹ ਕੌਮੇ ਐਂਡ ਹੋ ਜਾਂਦੇ ਨੇ। ਤਾਂ ਇੰਗਲਿਸ਼ ਵਿੱਚ ਯਾਦ ਕਰੋਗੇ ਜਲਦੀ ਯਾਦ ਹੋ ਜਾਂਦਾ, ਤਾਂ ਲਿਖੋਗੇ ਤਾਂ ਹੋਰ ਵੀ ਜ਼ਿਆਦਾ ਤੁਹਾਡਾ ਪੇਪਰ ਪ੍ਰੈਜ਼ੈਂਟੇਬਲ ਲੱਗੇਗਾ। ਪ੍ਰਮੁੱਖ ਵਿਸ਼ੇਸ਼ਤਾਵਾਂ ਪ੍ਰੀਐਂਬਲ ਦੀਆਂ ਕਿਹੜੀਆਂ ਨੇ? ਭਾਰਤੀ ਸੰਵਿਧਾਨ ਦਾ ਗੰਭੀਰਤਾ ਨਾਲ ਅਧਿਐਨ ਕਰਦੇ ਹਾਂ ਜਦੋਂ ਸਾਨੂੰ ਪਤਾ ਲੱਗਦਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਦੇ ਅੰਦਰ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਨੇ। ਫਸਟ ਆਫ ਆਲ ਤਾਂ ਸੰਵਿਧਾਨਕ ਸ਼ਕਤੀ ਦਾ ਇਹ ਸੋਮ ਹੈ, ਕਿਉਂਕਿ ਇਸ ਦੇ ਵਿੱਚ ਸਾਨੂੰ ਪਤਾ ਲੱਗਦਾ ਪਹਿਲੀ ਹੀ ਸਤਰ ਤੋਂ ਵੀ ਆਰ ਦ ਪੀਪਲ ਆਫ ਇੰਡੀਆ, ਵੀ ਦ ਪੀਪਲ ਆਫ ਇੰਡੀਆ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਹੈ ਪਹਿਲੀ ਸਤਰ ਤੋਂ ਲਾਈਨ ਤੋਂ ਅਤੇ ਅੰਤਿਮ ਦੇ ਵਿੱਚ ਕਿ ਅਸੀਂ ਜਿਹੜਾ ਹੈ ਇਸ ਨਤੀਜੇ 'ਤੇ ਪਹੁੰਚਦੇ ਹਾਂ ਕਿ ਪ੍ਰਭੂ ਸੱਤਾ ਅਤੇ ਅੰਤਿਮ ਸ਼ਕਤੀ ਤਾਂ ਲੋਕਾਂ ਕੋਲ ਹੈ, ਲੋਕ ਮਾਲਕ ਨੇ, ਸਰਕਾਰ ਕੀ ਹੈਗੀ ਹੈ, ਸੇਵਕ। ਸੰਵਿਧਾਨ ਦੇ ਰਚਨਹਾਰੇ ਲੋਕਾਂ ਦੇ ਪ੍ਰਤੀਨਿਧ ਸਨ, ਰਿਪਰੈਜ਼ੈਂਟੇਟਿਵ ਸਨ। ਸੰਵਿਧਾਨ ਅਤੇ ਸਰਕਾਰ ਦਾ ਆਧਾਰ ਲੋਕ ਇੱਛਾ ਹੈ। ਪ੍ਰਸਤਾਵਨਾ ਦਾ ਸ਼ੁਰੂ ਅਤੇ ਅੰਤ ਇਹਨਾਂ ਹੀ ਸ਼ਬਦਾਂ ਨਾਲ ਹੁੰਦਾ ਹੈ, ਅਸੀਂ ਭਾਰਤ ਦੇ ਲੋਕ ਸੰਵਿਧਾਨ ਸਵੀਕਾਰ ਕਰਦੇ ਹਾਂ, ਅਧਿਨਿਯਮਤ ਕਰਦੇ ਹਾਂ, ਆਪ ਅਰਪਣ ਕਰਦੇ ਹਾਂ। ਇਹ ਸ਼ਬਦ ਸਪਸ਼ਟ ਕਰਦੇ ਨੇ ਕਿ ਭਾਰਤੀ ਸੰਵਿਧਾਨ ਦਾ ਸੋਮਾ ਲੋਕਾਂ ਦੀ ਸਰਵਉੱਚ ਸ਼ਕਤੀ ਹੈ। ਠੀਕ ਹੈ, ਲੋਕ ਰਾਜ ਕਰਨਗੇ ਇੱਥੇ। ਸੰਵਿਧਾਨ ਦੀ ਉਸਾਰੀ ਭਾਰਤ ਦੇ ਲੋਕਾਂ ਦੇ ਇੱਛਾ ਅਨੁਸਾਰ ਹੋਈ ਹੈ, ਤਾਂ ਇੱਛਾ ਅਨੁਸਾਰ ਸੰਵਿਧਾਨ ਬਣਾਇਆ ਗਿਆ ਅਤੇ ਮੈਜੋਰਟੀ ਆਫ ਦਾ ਪੀਪਲ ਇਹੋ ਜਿਹਾ ਸੰਵਿਧਾਨ ਚਾਹੁੰਦੇ ਨੇ। ਇਹ ਸੰਵਿਧਾਨ ਭਾਰਤ ਦੇ ਲੋਕਾਂ ਨੇ ਆਪ ਬਣਾਇਆ, ਆਪਣੇ ਆਪ 'ਤੇ ਲਾਗੂ ਕੀਤਾ। ਕਿਸੇ ਵੀ ਵਿਦੇਸ਼ੀ ਸ਼ਕਤੀ ਨੇ ਇਸ ਨੂੰ ਠੋਸਿਆ ਨਹੀਂ ਹੈਗਾ ਅਤੇ ਸੁਤੰਤਰਤਾ ਤੋਂ ਪਹਿਲਾਂ ਬ੍ਰਿਟਿਸ਼ ਸੰਸਦ ਦੁਆਰਾ ਕਾਨੂੰਨ ਅਧੀਨ ਸਾਡੇ 'ਤੇ ਸ਼ਾਸਨ ਕੀਤਾ ਜਾਂਦਾ ਸੀ। ਇਸ ਸੰਵਿਧਾਨ ਨੇ ਭਾਰਤ ਦੇ ਹਰੇਕ ਨਾਗਰਿਕ ਨੂੰ ਬਿਨਾਂ ਵਿਤਕਰੇ ਦੇ ਮਤ ਦਾ ਅਧਿਕਾਰ ਪ੍ਰਦਾਨ ਵੀ ਕੀਤਾ। ਠੀਕ ਹੈ, ਐਡਲਟ ਫਰੈਂਚਾਈਜ਼ ਜਿਹੜਾ ਹੈ ਕਿ ਤੁਸੀਂ ਵੋਟ ਦੇ ਸਕਦੇ ਹੋ ਅਤੇ ਉਹ ਆਪਣੇ ਆਪ 'ਤੇ ਸ਼ਾਸਨ ਕਰਦਾ ਹੈ। ਅੱਜ ਉਹ ਮਾਲਕ ਹੈ ਅਤੇ ਉਸ ਦੁਆਰਾ ਬਣਾਈ ਗਈ ਸਰਕਾਰ ਉਸਦੀ ਸੇਵਕ ਹੈ। ਪਰ ਕੁਝ ਵਿਦਵਾਨ ਇਸ ਚੀਜ਼ ਦੇ ਨਾਲ ਸਹਿਮਤ ਨਹੀਂ, ਤਾਂ ਉਹਨਾਂ ਦਾ ਵਿਚਾਰ ਹੈ ਕਿ ਭਾਰਤ ਦਾ ਸੰਵਿਧਾਨ ਨਾ ਤਾਂ ਲੋਕਾਂ ਲਈ ਬਣਾਇਆ ਗਿਆ ਅਤੇ ਨਾ ਹੀ ਉਹਨਾਂ ਦੀ ਇੱਛਾ ਦਾ ਪ੍ਰਤੀਕ ਹੈ, ਕਿਉਂਕਿ ਸੰਵਿਧਾਨ ਸਭਾ ਦਾ ਨਿਰਮਾਣ ਬਾਲਗ ਮਤ ਅਧਿਕਾਰ ਦੇ ਆਧਾਰ 'ਤੇ ਨਹੀਂ ਕੀਤਾ ਗਿਆ। ਸੰਵਿਧਾਨ ਬਣਨ ਉਪਰੰਤ ਜਨਮਤ ਸੰਗ੍ਰਹਿ ਦੁਆਰਾ ਸਧਾਰਨ ਲੋਕਾਂ ਤੋਂ ਪ੍ਰਵਾਨ ਵੀ ਨਹੀਂ ਕਰਵਾਇਆ ਗਿਆ। ਠੀਕ ਹੈ, ਇਹਨਾਂ ਨੇ ਆਪ ਹੀ ਪ੍ਰਵਾਨ ਕਰਤਾ ਵੀ ਸਾਡੇ ਤੋਂ ਤਾਂ ਪੁੱਛਿਆ ਨਹੀਂ ਗਿਆ। ਤਾਂ ਕਾਫੀ ਸਾਰੀਆਂ ਚੀਜ਼ਾਂ ਮਿਲਦੀਆਂ ਨੇ, ਲੇਕਿਨ ਫਿਰ ਵੀ ਮੈਜੋਰਟੀ ਆਫ ਦਾ ਪੀਪਲ ਜਿਹੜੇ ਨੇ ਉਹਨਾਂ ਨੇ ਸੰਵਿਧਾਨ ਨੂੰ ਜਿਹੜਾ ਸੀਗਾ ਐਕਸੈਪਟ ਕੀਤਾ। ਰਾਜ ਦਾ ਸਰੂਪ। ਹੁਣ ਸੰਵਿਧਾਨ ਦੀ ਪ੍ਰਸਤਾਵਨਾ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਦੇ ਵਿੱਚ ਰਾਜ ਦਾ ਸਰੂਪ ਜਿਹੜਾ ਹੈ ਸਪਸ਼ਟ ਕੀਤਾ ਗਿਆ ਹੈ। ਅਤੇ ਰਾਜ ਕਿਵੇਂ ਦਾ ਹੈ? ਪ੍ਰਭੂ ਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਜਿਹੜਾ ਹੈ ਘੋਸ਼ਿਤ ਕੀਤਾ ਗਿਆ ਰਾਜ ਨੂੰ। 42ਵੀਂ ਸੋਧ ਦੇ ਅਨੁਸਾਰ 1976 'ਚ ਜਿਹੜੀ ਹੋਈ ਸੀ, ਸਮਾਜਵਾਦੀ ਅਤੇ ਧਰਮ ਨਿਰਪੱਖ ਜਿਹੜੇ ਸੀ ਸ਼ਬਦ ਇਹਦੇ ਵਿੱਚ ਜੋੜੇ ਗਏ ਅਤੇ 1950 ਵਾਲੇ ਭਾਰਤੀ ਰਾਜ ਦੇ ਸਰੂਪ ਵਿੱਚ ਪਰਿਵਰਤਨ ਕੀਤਾ, ਕਿਉਂਕਿ ਮੂਲ ਪ੍ਰਸਤਾਵਨਾ ਦੇ ਵਿੱਚ ਇਹ ਸ਼ਬਦ ਜਿਹੜੇ ਸੀ ਯੂਜ਼ ਨਹੀਂ ਸੀ ਕੀਤੇ ਗਏ। ਠੀਕ ਹੈ, ਤਾਂ ਇਹ ਵਰਡ ਜਿਹੜੇ ਨੇ ਇਹ ਹੁਣ ਵਾਲੇ ਜਿਹੜਾ ਹੈ 42ਵੀਂ ਸੋਧ ਤੋਂ ਬਾਅਦ 'ਚ ਜਿਹੜੇ ਨੇ ਲਿਖੇ ਗਏ ਨੇ। ਰਾਜ ਦੇ ਸਰੂਪ ਦੀਆਂ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਜਿਹੜੇ ਰਾਜ ਦੇ ਸਰੂਪ ਦੀਆਂ ਉਹ ਕਿਵੇਂ ਨੇ ਕਿ ਭਾਰਤ ਇੱਕ ਪ੍ਰਭੂ ਸੱਤਾ ਸੰਪੰਨ ਰਾਜ ਹੋਏਗਾ ਅਤੇ ਇਸਦੇ ਇਹ ਕਿਸੇ ਦਾ ਅਧੀਨ ਨਹੀਂ ਹੋਏਗਾ। ਕੋਈ ਵੀ ਵਿਦੇਸ਼ੀ ਤਾਕਤ ਜਿਹੜਾ ਹੈ ਇਸ ਦੇ ਉੱਤੇ ਜਿਹੜਾ ਹੈ ਇਸ ਦੇ ਉੱਤੇ ਆ ਕੇ ਜਿਹੜਾ ਹੈ ਰਾਜ ਨਹੀਂ ਕਰ ਸਕਦੀ। ਇਹ ਪੂਰਨ ਸੁਤੰਤਰ ਹੈ ਅਤੇ ਬਿਨਾਂ ਕਿਸੇ ਬਾਹਰੀ ਦਬਾਅ ਦੇ ਆਪਣੇ ਘਰੇਲੂ ਜਿਹੜਾ ਹੈ ਨੀਤੀਆਂ ਨਿਰਮਾਣ ਕਰ ਸਕਦਾ ਹੈ। ਮਤਲਬ ਆਪਣੀ ਇੱਛਾ ਅਨੁਸਾਰ ਦੇਸ਼ ਦੇ ਅੰਦਰ ਕੋਈ ਵੀ ਨੀਤੀ ਲਾਗੂ ਕੀਤੀ ਜਾ ਸਕਦੀ ਹੈ, ਬਾਹਰੀ ਕੋਈ ਦੇਸ਼ ਆ ਕੇ ਇਸ 'ਤੇ ਕੋਈ ਚੀਜ਼ ਠੋਸ ਨਹੀਂ ਸਕਦਾ। ਤਾਂ ਪ੍ਰਭੂ ਸੱਤਾ ਸੰਪੰਨ ਰਾਜ ਹੈ, ਇੱਥੇ ਜਿਹੜੀ ਹੈ ਲੋਕਾਂ ਦੀ ਚੱਲੇਗੀ। ਠੀਕ ਹੈ, ਉਸ ਤੋਂ ਬਾਅਦ ਹੈ ਭਾਰਤ ਇੱਕ ਸਮਾਜਵਾਦੀ ਰਾਜ ਹੈ। 42ਵੀਂ ਸੋਧ ਅਨੁਸਾਰ ਜਿਹੜੀ ਸੰਵਿਧਾਨਕ ਸੋਧ ਹੋਈ ਹੈ 1976 ਦੇ ਵਿੱਚ, ਇਹਦੇ ਅਨੁਸਾਰ ਜਿਹੜਾ ਸੀ ਸਮਾਜਵਾਦੀ ਰਾਜ ਵੀ ਜਿਹੜਾ ਸੀਗਾ ਇਹਦੇ 'ਚ ਐਡ ਕੀਤਾ ਗਿਆ। ਸਮਾਜਵਾਦੀ ਰਾਜ ਤੋਂ ਕੀ ਭਾਵ ਹੈ? ਇੱਕ ਅਜਿਹਾ ਰਾਜ ਜਿੱਥੇ ਸਮਾਜਿਕ, ਆਰਥਿਕ, ਰਾਜਨੀਤਿਕ ਹਰੇਕ ਪ੍ਰਕਾਰ ਦੇ ਸ਼ੋਸ਼ਣ ਤੋਂ ਉਹ ਰਾਜ ਸੁਤੰਤਰ ਹੋਵੇ। ਤਾਂ ਇੱਕ ਸਮਾਜਵਾਦੀ ਰਾਜ ਹੈ ਅਤੇ ਸਮਾਜ ਦੇ ਬਾਰੇ ਜਿਹੜਾ ਹੈ ਸੋਚਿਆ ਜਾਵੇਗਾ ਅਤੇ ਸਾਡਾ ਜਿਹੜਾ ਹੈ ਭਾਰਤ ਰਾਜ ਸਮਾਜਵਾਦ ਹੋਏਗਾ ਅਤੇ ਇਹ ਸਮਾਜਿਕ, ਆਰਥਿਕ, ਰਾਜਨੀਤਿਕ ਹਰੇਕ ਤਰ੍ਹਾਂ ਦੇ ਸ਼ੋਸ਼ਣ ਤੋਂ ਸੁਤੰਤਰ ਹੋਏਗਾ। ਤਾਂ ਪ੍ਰਸਤਾਵਨਾ ਦੇ ਵਿੱਚ ਇਹ ਸ਼ਬਦ ਜਿਹੜਾ ਸੀ ਯੂਜ਼ ਕੀਤਾ ਗਿਆ ਸੀ ਅਤੇ ਕੁਝ ਰਾਜਨੀਤੀ ਦੇ ਨਿਰਦੇਸ਼ਕ
ਸਿਧਾਂਤਾਂ ਦੇ ਰਾਹੀਂ ਭਾਰਤੀ ਰਾਜ ਦੁਆਰਾ ਸਮਾਜਿਕ ਅਤੇ ਆਰਥਿਕ ਨੀਤੀ ਅਪਣਾਉਣ ਦੇ ਬਾਰੇ ਵੀ ਸਪਸ਼ਟੀਕਰਨ ਦਿੱਤਾ ਗਿਆ ਸੀ ਅਤੇ ਭਾਰਤੀ ਰਾਜ ਨੂੰ ਇੱਕ ਅਜਿਹੇ ਸਮਾਜ ਦੀ ਸਥਾਪਨਾ ਕਰਨ ਲਈ ਵਚਨਬੱਧ ਕੀਤਾ ਗਿਆ ਜੋ ਸ਼ੋਸ਼ਣ ਰਹਿਤ ਹੋਵੇ, ਧਨ ਦੀ ਕਾਣੀ ਵੰਡ ਨਾ ਹੋਵੇ, ਹਰੇਕ ਨਾਗਰਿਕ ਨੂੰ ਰੋਜੀ ਰੋਟੀ ਕਮਾਉਣ ਦਾ ਅਧਿਕਾਰ ਮਿਲੇ, ਉਚਿਤ ਸਾਧਨ ਹੋਣ, ਬੁਢਾਪਾ, ਬੇਰੁਜ਼ਗਾਰੀ, ਅੰਗਹੀਣ, ਬਿਮਾਰੀ ਆਦਿ ਦੀ ਸਥਿਤੀ ਵਿੱਚ ਉਸ ਨੂੰ ਜੀਵਨ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਤਾਂ ਸਮਾਜਵਾਦੀ ਰਾਜ ਜਿਹੜਾ ਹੈ ਇਸ ਨੂੰ ਘੋਸ਼ਿਤ ਕੀਤਾ ਗਿਆ। ਤਾਂ ਧਰਮ ਨਿਰਪੱਖ ਰਾਜ, ਹੁਣ ਇਸ ਦੇ ਵਿੱਚ ਧਰਮ ਨਿਰਪੱਖ ਰਾਜ ਸ਼ਬਦ ਵੀ ਜਿਹੜਾ ਸੀਗਾ 42ਵੀਂ ਸੋਧ ਦੇ ਵਿੱਚ ਜੋੜਿਆ ਗਿਆ। ਤਾਂ ਇਹ ਤੁਹਾਨੂੰ ਸ਼ਾਰਟ ਕੁਐਸਚਨ ਆ ਸਕਦਾ ਹੈ ਕਿ ਸੈਕੂਲਰ ਕੰਟਰੀ ਜਾਂ ਪ੍ਰਸਤਾਵਨਾ 'ਚ 3 ਸ਼ਬਦ ਕਿਹੜੇ ਐਡ ਕੀਤੇ ਗਏ ਸੀ 42ਵੀਂ ਸੋਧ ਦੇ ਵਿੱਚ। ਇਹ ਇੰਪੋਰਟੈਂਟ ਜਿਹੜਾ ਹੈ ਸ਼ਾਰਟ ਨੋਟ ਵੀ ਬਣ ਸਕਦਾ। ਤਾਂ 42ਵੀਂ ਸੰਵਿਧਾਨਕ ਸੋਧ ਹੋਈ ਸੀ 1976 ਦੇ ਵਿੱਚ। ਤਾਂ ਧਰਮ ਨਿਰਪੱਖ ਸ਼ਬਦ ਅੰਕਿਤ ਕੀਤਾ ਗਿਆ ਸੀ ਤੇ ਭਾਰਤ ਨੂੰ ਉਪਚਾਰਿਕ ਫਾਰਮਲ ਤੌਰ ਦੇ ਉੱਤੇ ਧਰਮ ਨਿਰਪੱਖ ਰਾਜ ਘੋਸ਼ਿਤ ਕੀਤਾ ਗਿਆ ਸੀ। ਪਰ ਸੋਧ ਤੋਂ ਪਹਿਲਾਂ ਵੀ ਭਾਰਤ ਇੱਕ ਧਰਮ ਨਿਰਪੱਖ ਰਾਜ ਸੀ। ਧਰਮ ਨਿਰਪੱਖ ਦਾ ਮਤਲਬ ਕੀ ਹੁੰਦਾ ਹੈ ਕਿ ਦੇਸ਼ ਦਾ, ਰਾਜ ਦਾ ਆਪਣਾ ਕੋਈ ਵੀ ਧਰਮ ਨਹੀਂ ਹੋਏਗਾ, ਸਾਰੇ ਧਰਮਾਂ ਦਾ ਇੱਥੇ ਆਦਰ ਕੀਤਾ ਜਾਏਗਾ। ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨੂੰ ਓਪਟ ਕਰ ਸਕਦਾ ਹੈ ਅਤੇ ਕਿਤੇ ਵੀ ਗੁਰਦੁਆਰੇ, ਮੰਦਿਰ, ਮਸਜਿਦ ਜਿੱਥੇ ਵੀ ਉਹ ਜਾਣਾ ਚਾਹੁੰਦਾ ਹੈ ਜਾ ਸਕਦਾ ਹੈ ਅਤੇ ਇਸ ਦੇ ਧਰਮ ਨੂੰ ਲੈ ਕੇ ਉਸ ਦੇ ਨਾਲ ਕੋਈ ਵੀ ਵਿਤਕਰਾ ਜਿਹੜਾ ਨਹੀਂ ਕੀਤਾ ਜਾਏਗਾ ਅਤੇ ਰਾਜ ਦਾ ਆਪਣਾ ਕੋਈ ਧਰਮ ਨਹੀਂ ਹੋਏਗਾ। ਭਾਰਤੀ ਨਾਗਰਿਕ ਨੂੰ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ। ਹਰੇਕ ਨਾਗਰਿਕ ਕੋਈ ਵੀ ਧਰਮ ਧਾਰਨ ਕਰ ਸਕਦਾ ਹੈ, ਪ੍ਰਚਾਰ ਕਰ ਸਕਦਾ ਹੈ, ਪੂਜਾ ਪਾਠ ਕਰ ਸਕਦਾ ਹੈ, ਤੀਰਥ ਸਥਾਨਾਂ 'ਤੇ ਜਾ ਸਕਦਾ ਹੈ, ਵਿਸ਼ਵਾਸ ਕਰ ਸਕਦਾ ਹੈ। ਤਾਂ ਕਿਸੇ ਨਾਲ ਵੀ ਵਿਤਕਰਾ ਨਹੀਂ ਹੋਏਗਾ। ਰਾਜ ਦਾ ਪਰ ਆਪਣਾ ਧਰਮ ਨਹੀਂ ਹੈ, ਰਾਜ ਦੇ ਅਕੋਰਡਿੰਗ ਸਾਰੇ ਧਰਮ ਬਰਾਬਰ ਨੇ। ਠੀਕ ਹੈ, ਸਾਰੇ ਧਰਮਾਂ ਨੂੰ ਸਨਮਾਨ, ਸਤਿਕਾਰ ਅਤੇ ਰੁਤਬਾ ਜਿਹੜਾ ਹੈ ਹਾਸਲ ਹੈ। ਸੰਵਿਧਾਨ ਕੇਵਲ ਨਿੱਜੀ ਧਾਰਮਿਕ ਸੁਤੰਤਰਤਾ ਪ੍ਰਦਾਨ ਨਹੀਂ ਕਰਦਾ, ਸਗੋਂ ਸਮੁਦਾਇਕ ਧਾਰਮਿਕ ਸੁਤੰਤਰਤਾ ਵੀ ਪ੍ਰਦਾਨ ਕਰਦਾ ਹੈ। ਧਾਰਮਿਕ ਸਮੁਦਾਇਆਂ ਨੂੰ ਧਾਰਮਿਕ ਅਤੇ ਪਰਉਪਕਾਰੀ ਕੰਮਾਂ ਲਈ ਧਾਰਮਿਕ ਸੰਸਥਾਵਾਂ ਨੂੰ ਸਥਾਪਨਾ ਕਰਨ, ਧਾਰਮਿਕ ਮਾਮਲਿਆਂ ਦਾ ਪ੍ਰਬੰਧ ਚਲਾਉਣਾ, ਤਾਂ ਇਹ ਸਭ ਕੁਝ ਦਾ ਵੀ ਅਧਿਕਾਰ ਦਿੰਦਾ ਹੈ। ਠੀਕ ਹੈ, ਸੋ ਮੇਲੇ ਲੱਗਦੇ ਨੇ ਹੈ ਨਾ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ, ਰਾਜ ਜਿਹੜਾ ਹੈ ਕੋਈ ਵੀ ਵਿਤਕਰਾ ਕਿਸੇ ਨਾਲ ਨਹੀਂ ਕਰਦਾ। ਭਾਰਤ ਇੱਕ ਲੋਕਤੰਤਰੀ ਰਾਜ ਹੈ। ਤਾਂ ਪ੍ਰਸਤਾਵਨਾ ਦੇ ਵਿੱਚ ਭਾਰਤ ਨੂੰ ਲੋਕਤੰਤਰੀ ਰਾਜ ਵੀ ਕਿਹਾ ਗਿਆ। ਤੁਸੀਂ ਪ੍ਰੀਐਂਬਲ ਪੜ੍ਹੀ ਹੈ ਨਾ ਪਿੱਛੇ ਆਪਾਂ, ਕਿ ਇੱਕ ਲੋਕਤੰਤਰੀ ਰਾਜ ਹੈ ਤੇ ਲੋਕਾਂ ਦੁਆਰਾ, ਲੋਕਾਂ ਲਈ, ਲੋਕਾਂ ਵਾਸਤੇ ਜਿਹੜੀ ਹੈ ਸਰਕਾਰ ਚਲਾਈ ਜਾਏਗੀ ਅਤੇ ਭਾਰਤ ਦੇ ਸਮੁੱਚੇ ਲੋਕ ਜਿਹੜੇ ਨੇ ਇਸ 'ਤੇ ਰਾਜ ਕਰਨਗੇ। ਸ਼ਕਤੀ ਦਾ ਸੋਮਾ ਲੋਕ ਆਪ ਨੇ ਅਤੇ ਆਪਣੇ ਪ੍ਰਤੀਨਿਧੀਆਂ ਜਿਹੜੇ ਰਿਪਰੈਜ਼ੈਂਟੇਟਿਵ ਚੁਣਦੇ ਨੇ ਅਤੇ ਉਹਨਾਂ ਦੀ ਇਹ ਚੋਣ ਕਰਦੇ ਨੇ ਅਤੇ ਇਹ ਜਿਹੜੇ ਚੁਣੇ ਹੋਏ ਪ੍ਰਤੀਨਿਧੀ ਹੁੰਦੇ ਨੇ ਇਹ ਲੋਕਾਂ ਦੇ ਪ੍ਰਤੀ ਜਵਾਬਦੇਹ ਹੁੰਦੇ ਨੇ। ਨਿਯਮਿਤ ਟਾਈਮ 'ਤੇ, ਇੰਟਰਵਲ 'ਤੇ ਜਿਹੜੀਆਂ ਹੈਗੀਆਂ ਚੋਣਾਂ ਹੁੰਦੀਆਂ ਨੇ। ਕੇਂਦਰ ਅਤੇ ਰਾਜਾਂ ਦੇ ਵਿੱਚ ਜਿਹੜੀਆਂ ਹੈ ਸਰਕਾਰਾਂ ਦੀ ਸਥਾਪਨਾ ਕੀਤੀ ਗਈ ਹੈ। ਸਾਡੇ ਸੰਵਿਧਾਨ ਨਿਰਮਾਤਾ ਰਾਜਤੰਤਰ, ਤਾਨਾਸ਼ਾਹੀ, ਸੈਨਿਕ ਸ਼ਾਸਨ ਨਾਲ ਨਫ਼ਰਤ ਕਰਦੇ ਸੀ। ਇਸ ਲਈ ਉਹਨਾਂ ਨੇ ਜਿਹੜਾ ਹੈ ਸੰਸਦ ਪ੍ਰਣਾਲੀ, ਕਿ ਕੇਂਦਰ ਅਤੇ ਰਾਜ ਦੋਨੋਂ ਜਿਹੜੇ ਨੇ ਦੇਸ਼ ਨੂੰ ਸੰਭਾਲਣਗੇ, ਤਾਂ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਰੱਖੀਆਂ ਤਾਂ ਕਿ ਨਾ ਤਾਂ ਰਾਜਤੰਤਰ ਹੋਵੇ, ਨਾ ਤਾਨਾਸ਼ਾਹੀ ਸਰਕਾਰ ਹੋਵੇ, ਨਾ ਤਾਂ ਪ੍ਰੈਜ਼ੀਡੈਂਟ ਤਾਨਾਸ਼ਾਹੀ ਹੋ ਸਕਦਾ, ਨਾ ਹੀ PM ਹੋ ਸਕਦਾ। ਠੀਕ ਹੈ, ਤਾਂ ਲੋਕਾਂ ਨੂੰ ਵਿਚਾਰ ਪ੍ਰਗਟਾਉਣ, ਵਿਰੋਧ ਕਰਨ, ਸੁਝਾਅ ਦੇਣ ਦੀ ਵੀ ਜਿਹੜੀ ਹੈਗੀ ਸੁਤੰਤਰਤਾ ਮਿਲੀ ਹੋਈ ਹੈ। ਤਾਂ ਇੱਕ ਲੋਕਤੰਤਰ ਜਿਹੜਾ ਹੈ ਰਾਜ ਹੈ। ਗੌਰਮੈਂਟ ਬਾਏ ਦ ਪੀਪਲ, ਫॉर ਦ ਪੀਪਲ, ਆਫ ਦ ਪੀਪਲ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਿੱਥੇ ਸੰਵਿਧਾਨ ਦੁਆਰਾ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕੀਤੀ ਗਈ ਹੈ, ਉੱਥੇ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਲਈ ਸੰਵਿਧਾਨ ਦੇ ਵਿੱਚ ਵਿਵਸਥਾ ਕੀਤੀ ਗਈ ਹੈ। ਸੰਵਿਧਾਨ ਦੇ 3 ਭਾਗ ਦੇ ਵਿੱਚ ਅਨੁਛੇਦ 12 ਤੋਂ 35 ਤੱਕ ਬੁਨਿਆਦੀ ਅਧਿਕਾਰ ਦਿੱਤੇ ਗਏ ਨੇ। ਚੌਥੇ ਅਧਿਆਏ ਦੇ ਵਿੱਚ 36 ਤੋਂ 51 ਤੱਕ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਜਿਹੜੇ ਨੇ ਦਿੱਤੇ ਗਏ ਨੇ, ਜਿਸ ਵਿੱਚ ਸਮਾਜਿਕ ਆਰਥਿਕ ਲੋਕਤੰਤਰ ਸਥਾਪਿਤ ਕਰਨ ਦੀ ਵੀ ਜਿਹੜੀ ਹੈਗੀ ਆ ਪ੍ਰਬੰਧ ਕੀਤਾ ਗਿਆ। ਕਿਉਂਕਿ ਰਾਜਨੀਤਿਕ ਲੋਕਤੰਤਰ ਬਿਨਾਂ, ਸਮਾਜਿਕ ਲੋਕਤੰਤਰ ਬਿਨਾਂ, ਆਰਥਿਕ ਲੋਕਤੰਤਰ ਦੇ ਬਿਨਾਂ ਕੋਈ ਵੀ ਲੋਕਤੰਤਰ ਅਰਥਹੀਨ ਹੈ, ਮੀਨਿੰਗਲੈਸ ਹੈ। ਗਣਰਾਜ ਦੀ ਸਥਾਪਨਾ ਪ੍ਰਸਤਾਵਨਾ ਦੇ ਵਿੱਚ ਜਿਹੜਾ ਹੈ ਭਾਰਤ ਨੂੰ ਗਣਰਾਜ ਵੀ ਘੋਸ਼ਿਤ ਕੀਤਾ ਗਿਆ ਹੈ। ਗਣਰਾਜ ਉਹ ਹੁੰਦਾ ਹੈ ਜਿਸ ਦਾ ਮੁਖੀਆ ਪ੍ਰਤੱਖ ਜਾਂ ਅਪ੍ਰਤੱਖ, ਡਾਇਰੈਕਟ ਔਰ ਇਨਡਾਇਰੈਕਟ ਵੇ ਦੇ ਨਾਲ ਚੁਣਿਆ ਜਾਂਦਾ ਹੈ। ਉਸਦੀ ਪਦਵੀ ਖਾਨਦਾਨੀ ਨਹੀਂ ਹੁੰਦੀ, ਜੱਦੀ ਨਹੀਂ ਹੁੰਦੀ। ਤਾਂ ਆਪਣਾ ਕੀ ਹੈ, ਗਣਰਾਜ ਹੈ। ਕਿਉਂ? ਕਿਉਂਕਿ ਕਿਸੇ ਰਾਜੇ ਦਾ ਤੰਤਰ ਨਹੀਂ ਹੈ ਜਿਵੇਂ ਇੰਗਲੈਂਡ ਦੇ ਵਿੱਚ ਹੈ। ਠੀਕ ਹੈ, ਕੋਈ ਵੀ ਜੱਦੀ ਪਦਵੀ ਨਹੀਂ ਹੈਗੀ, ਸਗੋਂ ਲੋਕਾਂ ਦੇ ਦੁਆਰਾ ਜਿਹੜਾ ਹੈ ਪ੍ਰਤੀਨਿਧ ਚੁਣੇ ਜਾਂਦੇ ਨੇ ਤੇ ਉਹਨਾਂ ਪ੍ਰਤੀਨਿਧੀਆਂ ਦੁਆਰਾ ਇੱਕ ਨਿਸ਼ਚਿਤ ਮਿਆਦ ਦੇ ਲਈ ਜਿਹੜਾ ਹੈਗਾ ਆਪਣਾ ਜਿਹੜਾ ਹੈ ਪ੍ਰਤੀਨਿਧੀ ਚੁਣੇ ਜਾਂਦੇ ਨੇ। ਸੋ ਗਣਰਾਜ ਉਹ ਸਰਕਾਰ ਹੈ ਜੋ ਜਨਤਾ ਦੇ ਮਹਾਨ ਸਮੂਹ ਤੋਂ ਪ੍ਰਤੱਖ, ਅਪ੍ਰਤੱਖ ਰੂਪ ਦੇ ਨਾਲ ਆਪਣੀਆਂ ਸ਼ਕਤੀਆਂ ਪ੍ਰਾਪਤ ਕਰਦੀ ਹੈ ਅਤੇ ਉਹਨਾਂ ਲੋਕਾਂ ਦੁਆਰਾ ਪ੍ਰਸ਼ਾਸਿਤ ਹੁੰਦੀ ਹੈ। ਆਪਣੀਆਂ ਪਦਵੀਆਂ 'ਤੇ ਉਹ ਨਿਸ਼ਚਿਤ ਸਮੇਂ ਦੇ ਲਈ ਜਿਹੜੇ ਹੁੰਦੇ ਨੇ ਬਿਰਾਜਮਾਨ ਰਹਿੰਦੇ ਨੇ। ਅਤੇ ਜ਼ਿਆਦਾ ਸ਼ਕਤੀ ਕਿਹਦੇ ਕੋਲ ਹੁੰਦੀ ਹੈ? ਸਰਵਉੱਚ ਸ਼ਕਤੀ ਲੋਕਾਂ ਕੋਲੇ ਹੁੰਦੀ ਹੈ।
ਅਤੇ ਉਹਨਾਂ ਦੇ ਚੁਣੇ ਹੋਏ ਪ੍ਰਤੀਨਿਧੀ ਜਿਹੜੇ ਹੁੰਦੇ ਨੇ ਉਹ ਅਫਸਰ ਬਣਦੇ ਨੇ। ਠੀਕ ਹੈ, ਸੋ ਉਹ ਜਿਹੜੇ ਨੇ ਰਾਜ ਕਰਦੇ ਨੇ। ਤਾਂ ਇੱਦਾਂ ਜਿਹੜੀ ਹੈ ਸ਼ਕਤੀ ਆਪਣੀ ਚੱਲਦੀ ਹੈ। ਸੰਵਿਧਾਨ ਦੇ ਉਦੇਸ਼। ਸੰਵਿਧਾਨ ਦੇ ਉਦੇਸ਼ ਪ੍ਰਸਤਾਵਨਾ 'ਚ ਲਿਖੇ ਹੋਏ ਨੇ ਕਿ ਪ੍ਰਸਤਾਵਨਾ ਦੇ ਵਿੱਚ ਨਿਆਂ, ਸੁਤੰਤਰਤਾ, ਸਮਾਨਤਾ, ਭਾਈਚਾਰਾ, 4 ਉਦੇਸ਼ ਦੱਸੇ ਗਏ ਨੇ ਪ੍ਰਸਤਾਵਨਾ ਵਿੱਚ। ਨਿਆਂ, ਜਸਟਿਸ, ਸੁਤੰਤਰਤਾ ਯਾਨੀ ਕਿ ਲਿਬਰਟੀ, ਫਰੀडम ਅਤੇ ਸਮਾਨਤਾ ਇਕੁਐਲਿਟੀ ਅਤੇ ਫਰੈਟਰਨਿਟੀ ਭਾਈਚਾਰਾ। ਸੋ ਇਹ 4 ਚੀਜ਼ਾਂ ਨੇ। ਇਨਸਾਫ ਯਾਨੀ ਕਿ ਨਿਆਂ। ਸਭ ਤੋਂ ਪਹਿਲਾਂ ਆਪਾਂ ਨਿਆਂ ਦੀ ਗੱਲ ਕਰਾਂਗੇ। ਇਹਨਾਂ ਨੂੰ ਵੀ ਖੋਲ੍ਹ ਕੇ ਆਪਾਂ ਨੇ ਲਿਖਣਾ ਹੈ। ਨਿਆਂ ਤਾਂ ਭਾਰਤ ਦੇ ਅੰਦਰ ਆਪਣੀ ਪ੍ਰਸਤਾਵਨਾ 'ਚ ਲਿਖਿਆ ਗਿਆ ਕਿ ਭਾਰਤ ਦੇ ਅੰਦਰ ਸਾਰੇ ਨਾਗਰਿਕ ਜਿਹੜੇ ਨੇ ਉਹਨਾਂ ਨੂੰ ਨਿਆਂ ਦਿਵਾਇਆ ਜਾਏਗਾ। ਨਿਆਂ ਵੀ 3 ਪ੍ਰਕਾਰ ਦਾ ਹੋਏਗਾ। ਸਮਾਜਿਕ ਨਿਆਂ, ਠੀਕ ਹੈ, ਰਾਜਨੀਤਿਕ ਨਿਆਂ ਹੋ ਗਿਆ, ਤਾਂ ਆਰਥਿਕ ਨਿਆਂ ਹੋ ਗਿਆ। ਸਮਾਜਿਕ ਨਿਆਂ ਦੇ ਵਿੱਚ ਕੀ ਹੈ ਕਿ ਕੋਈ ਵੀ ਅਗਰ ਨਾਗਰਿਕ ਹੈ, ਧਰਮ, ਜਾਤ, ਨਸਲ, ਲਿੰਗ ਦੇ ਆਧਾਰ 'ਤੇ ਉਸ ਨਾਲ ਵਿਤਕਰਾ ਨਹੀਂ ਹੋਏਗਾ, ਉਸਨੂੰ ਜਿਹੜਾ ਹੈ ਸਮਾਜਿਕ ਨਿਆਂ ਜਿਹੜਾ ਹੈ ਦਿੱਤਾ ਜਾਏਗਾ। ਰਾਜਨੀਤਿਕ ਨਿਆਂ ਦਾ ਮਤਲਬ ਹੈ ਕਿ ਵੋਟ ਪਾਉਣ ਦਾ ਅਧਿਕਾਰ ਸਭ ਨੂੰ ਬਰਾਬਰ ਹੈ, ਸਰਕਾਰੀ ਪਦਵੀਆਂ ਪ੍ਰਾਪਤ ਕਰ ਸਕਦੇ ਨੇ, ਚੁਣੇ ਜਾਣ ਦਾ ਅਧਿਕਾਰ ਹੈ, ਸਰਕਾਰ ਦੀ ਆਲੋਚਨਾ ਕਰਨ ਦੀ ਸੁਤੰਤਰਤਾ, ਕਾਨੂੰਨ ਦੇ ਸਾਹਮਣੇ ਸਭ ਨੂੰ ਬਰਾਬਰ ਹੈ। ਤਾਂ ਬਿਨਾਂ ਵਿਤਕਰੇ ਜਿਹੜੇ ਨੇ ਮੌਲਿਕ ਕਰਤੱਵ ਜਿਹੜੇ ਨੇ, ਮੌਲਿਕ ਅਧਿਕਾਰ ਜਿਹੜੇ ਨੇ ਦਿੱਤੇ ਗਏ ਨੇ। ਆਰਥਿਕ ਨਿਆਂ ਤੋਂ ਭਾਵ ਕੀ ਹੈ ਕਿ ਕੋਈ ਵੀ ਨਾਗਰਿਕ ਬਿਨਾਂ ਕਿਸੇ ਭੇਦਭਾਵ ਤੋਂ ਆਪਣੀ ਰੋਜੀ ਰੋਟੀ ਕਮਾ ਸਕਦਾ ਹੈ, ਉਸਨੂੰ ਪੂਰਾ ਅਧਿਕਾਰ ਹੈ, ਬਰਾਬਰ ਉਸਨੂੰ ਮਿਹਨਤਾਨਾ ਦਿੱਤੇ ਜਾਏਗਾ, ਕਿਸੇ ਨੂੰ ਵੀ ਘੱਟ ਵੱਧ ਨਹੀਂ ਦਿੱਤਾ ਜਾਏਗਾ, ਬਰਾਬਰ ਦਿੱਤਾ ਜਾਏਗਾ। ਵਰਕਿੰਗ ਆਵਰਸ ਵੀ ਜਿਹੜੇ ਨੇ ਬਰਾਬਰ ਦਿੱਤੇ ਜਾਣਗੇ। ਸੁਤੰਤਰਤਾ ਹੈਗੀ ਹੈ। ਸੁਤੰਤਰਤਾ ਕਿਹੜੀ ਕਿਹੜੀ ਹੈ? ਵਿਚਾਰ ਪ੍ਰਗਟਾਏ ਜਾ ਸਕਦੇ ਨੇ, ਕਿਸੇ ਵੀ ਤੁਸੀਂ ਅਖਬਾਰ ਦੇ ਵਿੱਚ ਲਿਖ ਸਕਦੇ ਹੋ, ਰਸਾਲੇ, ਟੀਵੀ, ਨਿਊਜ਼ਪੇਪਰ, ਠੀਕ ਹੈ, ਬਿਜਲਈ ਸਾਧਨਾਂ ਦੇ ਵਿੱਚ ਜਿਹੜਾ ਹੈ ਤੁਸੀਂ ਆਪਣੇ ਵਿਚਾਰ ਪ੍ਰਗਟਾ ਸਕਦੇ ਹੋ। ਧਾਰਮਿਕ ਸੁਤੰਤਰ, ਤੁਸੀਂ ਕੋਈ ਵੀ ਧਰਮ ਜਿਹੜਾ ਹੈ ਅਪਣਾ ਸਕਦੇ ਹੋ। ਸਮਾਨਤਾ ਦਾ ਤੁਹਾਨੂੰ ਜਿਹੜਾ ਹੈਗਾ ਉਹ ਅਧਿਕਾਰ ਦਿੱਤਾ ਗਿਆ ਹੈ। ਤਾਂ ਪ੍ਰਸਤਾਵਨਾ ਵਿੱਚ ਇਹ ਸਾਰੇ ਅਧਿਕਾਰ ਜਿਹੜੇ ਨੇ ਸ਼ਾਮਿਲ ਕੀਤੇ ਗਏ ਨੇ। ਭਾਈਚਾਰਾਬੰਦੀ। ਤਾਂ ਪ੍ਰਸਤਾਵਨਾ ਦੇ ਵਿੱਚ ਚੌਥਾ ਉਦੇਸ਼ ਕੀ ਸੀਗਾ? ਇੱਕ ਤਾਂ ਨਿਆਂ ਸੀ, ਇੱਕ ਆਪਣੀ ਸਮਾਨਤਾ ਸੀ, ਸੁਤੰਤਰਤਾ ਸੀ, ਫਿਰ ਹੈ ਭਾਈਬੰਦੀ, ਭਾਈਚਾਰਾ ਯਾਨੀ ਕਿ ਫਰੈਟਰਨਿਟੀ, ਭਰਾਤਰੀ ਭਾਵ। ਤਾਂ ਚੌਥਾ ਉਦੇਸ਼ ਭਾਰਤੀ ਸੰਵਿਧਾਨ ਦੇ ਵਿੱਚ ਪ੍ਰਸਤਾਵਨਾ ਦੇ ਵਿੱਚ ਹੈਗਾ ਕਿ ਸਾਰੇ ਜਣੇ ਜਿਹੜੇ ਨੇ ਬਰਾਬਰ ਨੇ। ਇੱਥੇ ਕੋਈ ਵੀ ਨਸਲੀ ਤੌਰ 'ਤੇ, ਭਾਸ਼ਾਈ ਤੌਰ 'ਤੇ, ਖੇਤਰੀ ਤੌਰ 'ਤੇ, ਪ੍ਰਾਂਤਕ ਤੌਰ 'ਤੇ ਕਿਸੇ ਨਾਲ ਵੀ ਜਿਹੜਾ ਹੈ ਵਿਤਕਰਾ ਨਹੀਂ ਕੀਤਾ ਜਾਏਗਾ। ਸਾਰੇ ਜਣੇ ਪਿਆਰ ਨਾਲ ਰਹਿਣਗੇ, ਮੇਲ ਮਿਲਾਪ ਨਾਲ ਰਹਿਣਗੇ, ਹਮਦਰਦੀ ਨਾਲ ਰਹਿਣਗੇ, ਸਹਿਣਸ਼ੀਲਤਾ ਦੇ ਨਾਲ ਰਹਿਣਗੇ। ਠੀਕ ਹੈ, ਤਾਂ ਇਸ ਭਾਈਚਾਰੇ ਦਾ ਵੀ ਜਿਹੜਾ ਹੈ ਪ੍ਰੀਐਂਬਲ ਦੇ ਵਿੱਚ ਜ਼ਿਕਰ ਕੀਤਾ ਗਿਆ। ਮੇਨ ਉਦੇਸ਼ ਜਿਹੜਾ ਦੱਸਿਆ ਗਿਆ। ਵਿਅਕਤੀ ਦਾ ਗੌਰਵ ਕਾਇਮ ਰੱਖਣਾ। ਭਾਰਤੀਆਂ ਨੇ ਸਦਾ ਤੋਂ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਬਹੁਤ ਸਾਰੀਆਂ ਸਦੀਆਂ ਤੋਂ, ਬਹੁਤ ਜ਼ਿਆਦਾ, ਪਹਿਲਾਂ ਰਾਜਿਆਂ ਦਾ ਰਾਜ ਸੀ, ਠੀਕ ਹੈ, ਸਦੀਆਂ ਤੋਂ ਆਪਾਂ ਗੁਲਾਮੀ ਕਰ ਰਹੇ ਸੀ। ਰਾਜੇ ਆਏ, ਸਾਮੰਤ ਆਏ, ਤਾਨਾਸ਼ਾਹੀ ਹੋਈ, ਧੱਕੇਸ਼ਾਹੀ ਹੋਈ, ਸ਼ੋਸ਼ਣ ਹੋਇਆ ਸਾਡਾ, ਤਾਂ ਸਾਡੇ ਅੰਦਰ ਹੀਨਤਾ ਪੈਦਾ ਹੋ ਗਈ ਅਤੇ ਅਸੀਂ ਜਿਹੜੇ ਹੈ ਸੈਲਫ ਰਿਸਪੈਕਟ ਸਾਡੀ ਖਤਮ ਹੋ ਗਈ। ਤਾਂ ਸਾਡੇ ਸੰਵਿਧਾਨ ਦੇ ਵਿੱਚ ਪ੍ਰੀਐਂਬਲ ਦੇ ਵਿੱਚ ਹੀ ਇਹ ਵਰਡਸ ਲਿਖੇ ਹੋਏ ਨੇ ਕਿ ਅਸੀਂ ਜਿਹੜਾ ਹੈ ਆਪਣੇ ਆਪ ਦਾ ਸਤਿਕਾਰ ਕਰੀਏ, ਸਾਡਾ ਆਪਣਾ ਇੱਕ ਗੌਰਵ ਹੈ। ਠੀਕ ਹੈ, ਆਮ ਤੌਰ 'ਤੇ ਭਾਰਤੀਆਂ ਵਿੱਚ ਗੁਲਾਮੀ, ਜੀ ਹਜ਼ੂਰੀਏ, ਹੀਣ ਕਾਮੇ ਜਿਹੜੇ ਆ, ਇਹਨਾਂ ਦੀ ਸੋਚ ਸਾਡੇ ਅੰਦਰ ਬਣ ਗਈ ਕਿ ਅਸੀਂ ਕੁਛ ਵੀ ਨਹੀਂ ਆ, ਅਸੀਂ ਖੁਦ ਨੂੰ ਨਿਮਾਣੇ ਸਮਝਦੇ ਹਾਂ, ਨਿਤਾਣੇ ਸਮਝਦੇ ਹਾਂ। ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਇਸ ਚੀਜ਼ ਤੋਂ ਜਾਣੂ ਹੋ ਗਏ ਸੀ ਕਿ ਜਿਹੜੇ ਵਿਅਕਤੀ ਨੇ ਉਹਨਾਂ ਦਾ ਮੋਰਲ ਜਿਹੜੀ ਡਿਗਨਿਟੀ ਹੈ ਗਿਰਦੀ ਜਾ ਰਹੀ ਹੈ। ਠੀਕ ਹੈ, ਡਿਗਨਿਟੀ ਉਹਨਾਂ ਦਾ ਪ੍ਰਾਊਡ ਜਿਹੜਾ ਹੈ ਗਿਰਦਾ ਜਾ ਰਿਹਾ, ਉਹਨਾਂ ਦੀ ਈਗੋ ਖਤਮ ਹੁੰਦੀ ਜਾ ਰਹੀ ਹੈ। ਤਾਂ ਇਸ ਚੀਜ਼ ਤੋਂ ਬਚਾਇਆ ਜਾਵੇ, ਤਾਂ ਉਹਨਾਂ ਨੇ ਗੌਰਵ ਸਥਾਪਿਤ ਕੀਤਾ ਅਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਸੰਵਿਧਾਨ ਨਿਰਪੱਖ, ਨਿਆਂ, ਸੁਤੰਤਰਤਾ, ਸਮਾਨਤਾ, ਭਾਈਚਾਰੇ ਦੀ ਵਿਵਸਥਾ ਕੀਤੀ ਗਈ ਕਿ ਕਿਸੇ ਨਾਲ ਛੂਆ ਛੂਤ ਦੀ ਜਿਹੜੀ ਹੈਗੀ ਹੈ ਐਸੀ ਕੋਈ ਚੀਜ਼ ਜਿਹੜੀ ਹੈ ਨਹੀਂ ਹੋਏਗੀ, ਵਿਤਕਰਾ ਕੋਈ ਵੀ ਨਹੀਂ ਹੋਏਗਾ। ਰਾਸ਼ਟਰੀ ਏਕਤਾ ਅਤੇ ਅਖੰਡਤਾ ਵਿੱਚ ਵਿਸ਼ਵਾਸ। ਭਾਰਤੀ ਸੰਵਿਧਾਨ ਦੇ ਅੰਦਰ ਜਿਹੜਾ ਹੈ ਪ੍ਰਸਤਾਵਨਾ ਵਿੱਚ ਏਕਤਾ ਦੇ ਨਾਲ ਅਖੰਡਤਾ ਸ਼ਬਦ ਵੀ ਜਿਹੜਾ ਸੀ ਐਡ ਆਨ ਕੀਤਾ ਗਿਆ। ਏਕਤਾ ਅਤੇ ਅਖੰਡਤਾ 'ਤੇ ਜ਼ੋਰ, ਅਖੰਡ ਮਤਲਬ ਜਿਸਦੇ ਟੋਟੇ ਨਾ ਹੋ ਸਕਣ, ਤਾਂ ਏਕਤਾ ਅਤੇ ਅਖੰਡਤਾ ਦੋਨਾਂ ਦਾ ਜ਼ਿਕਰ ਕੀਤਾ ਗਿਆ ਕਿ ਭਾਰਤ ਦੇ ਵਿੱਚ ਆਪਾਂ ਬਹੁਤ ਕਾਸਟ, ਕਲਰ, ਕਰੀਡ ਦੇ ਲੋਕ ਰਹਿੰਦੇ ਹਾਂ, ਬਹੁਤ ਹੀ ਆਪਣੇ ਕਲਰ ਵੀ ਅੱਡ ਅੱਡ ਹੈ। ਅਤੇ ਪਹਿਲਾਂ ਕੀ ਸੀਗਾ, ਫੁੱਟ ਹੁੰਦੀ ਸੀਗੀ ਆਪਣੇ ਅੰਦਰ, ਠੀਕ ਹੈ, ਕਿ ਹਿੰਦੂ, ਸਿੱਖ, ਮੁਸਲਮਾਨ ਸਾਰੇ ਆਪਸ 'ਚ ਲੜਦੇ ਰਹਿੰਦੇ ਸੀ। ਪਰ ਉਸ ਤੋਂ ਬਾਅਦ 'ਚ ਇੱਥੇ ਬਹੁਤ ਸਾਰੇ ਕਲਰ ਕਰੀਡ ਦੇ ਲੋਕ ਰਹਿੰਦੇ ਨੇ, ਤਾਂ ਇਹਦੇ ਵਿੱਚ ਜਿਹੜਾ ਹੈ ਏਕਤਾ ਦੀ ਭਾਵਨਾ ਜਿਹੜੀ ਹੈ ਫਿਰ ਤੋਂ ਵਿਕਸਿਤ ਕੀਤੀ ਗਈ ਜਦੋਂ ਤੋਂ ਸਾਡਾ ਦੇਸ਼ ਆਜ਼ਾਦ ਹੋਇਆ। ਤਾਂ ਸੰਵਿਧਾਨ ਨਿਰਮਾਤਾ ਜਿਹੜੇ ਸੀ ਉਹਨਾਂ ਨੇ ਪ੍ਰੀਐਂਬਲ ਦੇ ਵਿੱਚ ਵੀ ਜਿਹੜੀ ਸੀ ਇਹ ਚੀਜ਼ ਜੋੜੀ ਅਤੇ ਸੰਵਿਧਾਨ ਦੇ ਅੰਦਰ ਵੀ ਲਿਖਿਆ ਕਿ ਅਸੀਂ ਭਾਰਤ ਦੇ ਵਿੱਚ ਏਕਤਾ ਅਤੇ ਅਖੰਡਤਾ ਰੱਖਣ ਦੇ ਇੱਛੁਕ ਹਾਂ। ਠੀਕ ਹੈ, ਅਤੇ ਅਖੰਡ ਮਤਲਬ ਭਾਰਤ ਦੇ ਟੋਟੇ ਨਹੀਂ ਕੀਤੇ ਜਾ ਸਕਦੇ, ਇਹ ਅਖੰਡ ਹੈ, ਚਾਹੇ ਜੋ ਮਰਜ਼ੀ ਨਸਲ, ਕਾਸਟ, ਕਰੀਡ, ਕਲਰ ਦੇ, ਰਿਲੀਜਨ ਦੇ ਲੋਕ ਰਹਿਣ।
ਹੁਣ ਪ੍ਰਸਤਾਵਨਾ ਦੀ ਆਲੋਚਨਾ। ਪ੍ਰਸਤਾਵਨਾ ਜਿਹੜੀ ਹੈਗੀ ਹੈ ਸੰਵਿਧਾਨ ਨਿਰਮਾਤਾਵਾਂ ਦੇ ਵੱਲੋਂ ਇੱਕ ਮਹਾਨ ਵਿਲੱਖਣ ਦੇਣ ਹੈ, ਪਰ ਫਿਰ ਵੀ ਇਸ ਦੀ ਆਲੋਚਨਾ ਕੀਤੀ ਗਈ ਕਿਉਂਕਿ ਅਸੀਂ ਭਾਰਤ ਦੇ ਲੋਕ ਸ਼ਬਦਾਂ ਦਾ ਗਲਤ ਪ੍ਰਯੋਗ ਹੈ, ਕਿਉਂਕਿ ਇਸ ਦੇ ਵਿੱਚ ਲੋਕਾਂ ਤੋਂ ਪੁੱਛਿਆ ਨਹੀਂ ਸੀ ਗਿਆ। ਇੱਕ ਕਮੇਟੀ ਬਣਾ ਕੇ ਕੁਝ ਹੀ ਲੋਕਾਂ ਨੇ ਇਸ ਨੂੰ ਜਿਹੜਾ ਸੀਗਾ ਪਾਸ ਔਨ ਕਰ ਦਿੱਤਾ ਸੀ, ਪ੍ਰੈਜ਼ੈਂਟ ਕਰ ਦਿੱਤਾ ਗਿਆ ਸੀ। ਸੰਵਿਧਾਨ ਸਭਾ ਜਿਹੜੀ ਸੀ ਬਾਲਗ ਮਤ ਅਧਿਕਾਰ ਦੇ ਦੁਆਰਾ ਚੁਣੀ ਨਹੀਂ ਸੀ ਗਈ। ਨਵੇਂ ਸੰਵਿਧਾਨ ਦੇ ਲੋਕਾਂ ਦਾ ਜਨਮਤ ਸੰਗ੍ਰਹਿ ਕਰਵਾਇਆ ਨਹੀਂ ਸੀ ਗਿਆ। ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਨਹੀਂ ਸੀ, ਨਾ ਹੀ ਹੈ ਅਤੇ ਨਾ ਹੀ ਨਿਆਂਯੋਗ ਹੈ। ਸੁਪਰੀਮ ਕੋਰਟ ਨੇ ਬਾਰੂਬਰੀ ਕੇਸ ਦੇ ਵਿੱਚ ਪ੍ਰਵਾਨ ਕੀਤਾ ਕਿ ਪ੍ਰਸਤਾਵਨਾ ਜਿਹੜੀ ਹੈ ਸੰਵਿਧਾਨ ਦਾ ਹਿੱਸਾ ਨਹੀਂ ਹੈ ਅਤੇ ਇਹ ਨਿਆਂਯੋਗ ਵੀ ਨਹੀਂ ਹੈ। ਇਸ ਵਿੱਚ ਦਿੱਤੇ ਉਦੇਸ਼ਾਂ ਦੀ ਪੂਰਤੀ ਲਾਗੂ ਕਰਨ ਲਈ ਕੋਈ ਵੀ ਨਾਗਰਿਕ ਅਦਾਲਤਾਂ ਦਾ ਦਰਵਾਜ਼ਾ ਖਟਖਟਾ ਨਹੀਂ ਸਕਦਾ। ਇਸ ਲਈ ਪ੍ਰਸਤਾਵਨਾ ਨੂੰ ਥੋਥੇ ਵਾਅਦੇ ਆਸ਼ੀਰਵਾਦਾਂ ਤੋਂ ਇਲਾਵਾ ਕੁਝ ਵੀ ਨਹੀਂ ਮੰਨਿਆ ਜਾ ਸਕਦਾ। ਇਹ ਜਸਟ ਇੱਕ ਜਿਹੜੀ ਹੈ ਪੋਇਮ ਟਾਈਪ ਹੈ। ਆਲੋਚਕ ਇਸ ਦੀ ਭਾਸ਼ਾ ਨੂੰ ਅਸਪਸ਼ਟ ਦੱਸਦੇ ਆ ਕਿ ਪੂਰੀ ਤਰ੍ਹਾਂ ਕਲੀਅਰ ਨਹੀਂ ਹੈਗੀ, ਜਿਸ ਦੀ ਵਿਆਖਿਆ ਅਲੱਗ-ਅਲੱਗ ਤਰੀਕੇ ਦੇ ਨਾਲ ਕੀਤੀ ਗਈ ਹੈ। ਤਾਂ ਸੰਵਿਧਾਨ ਦੇ ਵਿੱਚ ਕਿਧਰੇ ਵੀ ਪ੍ਰੀਐਮਬਲ ਦੀ ਜਿਹੜੀ ਹੈਗੀ ਹੈ ਵਿਆਖਿਆ ਨਹੀਂ ਕੀਤੀ ਗਈ, ਪਰ ਫਿਰ ਵੀ ਜਿਹੜਾ ਹੈ ਸੰਵਿਧਾਨ ਦਾ ਆਪਣਾ ਇੱਕ ਮਹੱਤਵ ਹੈ ਅਤੇ ਉਹਨਾਂ ਉਦੇਸ਼ਾਂ ਦਾ ਇਹ ਪ੍ਰਤੀਕ ਹੈ ਜਿਸ ਰਾਹੀਂ ਸੰਵਿਧਾਨ ਰਚਿਆ ਗਿਆ ਸੀ। ਸੰਵਿਧਾਨ ਰਾਹੀਂ ਪ੍ਰਾਪਤ ਕਰਨ ਦਾ ਵਚਨ ਜਿਹੜਾ ਸੀ ਦਿੱਤਾ ਗਿਆ ਸੀ ਉਦੇਸ਼, ਅਤੇ ਉਹਨਾਂ ਨੂੰ ਹੀ ਸੰਵਿਧਾਨ ਦੇ ਥਰੂ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਰਾਜ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਵਿਵਸਥਾ ਦਾ ਨਿਰਮਾਣ ਕਰਨ ਸਮੇਂ ਪ੍ਰਸਤਾਵਨਾ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈਗਾ। ਇਹ ਪ੍ਰਸਤਾਵਨਾ ਅਦਾਲਤਾਂ ਅਤੇ ਸਰਕਾਰ ਦਾ ਮਾਰਗਦਰਸ਼ਕ ਹੈ, ਠੀਕ ਹੈ, ਇੱਕ ਲਾਈਟ ਦਿੰਦੀ ਹੈ, ਬਿਕੋਜ਼ ਇਹਦੇ ਵਿੱਚ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਪ੍ਰਸਤਾਵਨਾ ਭਾਰਤ ਦੇ ਸੰਵਿਧਾਨ ਦੀ ਕੁੰਜੀ ਹੈ ਅਤੇ ਇਸ ਨੂੰ ਪੜ੍ਹ ਕੇ ਸੰਵਿਧਾਨ ਅਸੀਂ ਸਮਝ ਸਕਦੇ ਹਾਂ, ਕਿਉਂਕਿ ਸਾਰਾ ਸੰਵਿਧਾਨ ਪੜ੍ਹਨਾ ਜਿਹੜਾ ਹੈ ਬਹੁਤ ਔਖਾ ਹੈ, ਬਹੁਤ ਕੁਛ ਹੈ ਸੰਵਿਧਾਨ ਦੇ ਵਿੱਚ, ਠੀਕ ਹੈ, ਪਰ ਫਿਰ ਵੀ ਜਿਹੜਾ ਹੈ ਪ੍ਰੀਐਮਬਲ ਨੂੰ ਪੜ੍ਹ ਕੇ, ਪ੍ਰਸਤਾਵਨਾ ਨੂੰ ਪੜ੍ਹ ਕੇ ਸਾਨੂੰ ਇਹ ਸਮਝ ਆ ਜਾਂਦਾ ਹੈ ਅਤੇ ਇਹ ਸਭ ਤੋਂ ਉੱਤਮ ਹੈ। ਸੰਵਿਧਾਨ ਦੀ ਆਤਮਾ ਹੈ, ਸੋਲ ਹੈ, ਸਪਿਰਿਟ ਹੈ, ਕੁੰਜੀ ਹੈ। ਇਹ ਪ੍ਰਸਤਾਵਨਾ ਭਾਰਤੀਆਂ ਦੇ ਪੱਕੇ ਸੰਕਲਪ ਦਾ ਵੀ ਜਿਹੜਾ ਹੈ ਚਿੰਨ੍ਹ ਹੈ ਅਤੇ ਏਕਤਾ ਪ੍ਰਾਪਤ ਕਰਕੇ ਅਜਿਹੇ ਸੁਤੰਤਰ ਰਾਸ਼ਟਰ ਦੀ ਇਹ ਉਸਾਰੀ ਕਰਨਗੇ ਅਸੀਂ ਲੋਕ, ਜਿਸ ਵਿੱਚ ਨਿਆਂ, ਸੁਤੰਤਰਤਾ, ਸਮਾਨਤਾ, ਭਾਈਚਾਰੇ ਦੀ ਜਿੱਤ ਹੋਵੇਗੀ। ਸੋ ਇਹ ਸੀ ਅੱਜ ਦਾ ਵੀਡੀਓ। ਹੋਪ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਤੋਂ ਇਲਾਵਾ 7-8 ਕਨਸੈਪਟ ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ। ਜਿਨ੍ਹਾਂ ਨੇ ਚੈੱਕਆਊਟ ਨਹੀਂ ਕੀਤਾ ਤਾਂ ਚੈੱਕਆਊਟ ਜ਼ਰੂਰ ਕਰਿਓ। ਮਿਲਦੇ ਹਾਂ ਨਵੇਂ ਵੀਡੀਓ ਦੇ ਨਾਲ।